न्यूज़ 18 ਤੇ ਐਸਐਸਪੀ ਅੰਮ੍ਰਿਤਸਰ ਦੇ ਹਾਥੀ ਨੇ ਨਾਲਾ ਕਾਂਡ ਦੀ ਦੱਸੀ ਪੂਰੀ ਕਹਾਣੀ। क्या गुरु साहिब ਦੀ ਮਰਿਆਦਾ ਬਾਹਰ ਰੱਖਣ ਦੇ ਲਈ ਸੀ ਸਖਤ ਹੁਕਮ। ਸੂਝ-ਬੂਝ ਤੋਂ ਕੰਮ ਨਾ ਲੈਂਦੇ ਤਾਂ ਵਿਗੜ ਸਕਦੀ ਸੀ ਸਥਿਤੀ। ਸ਼ਾਂਤੀ ਬਣਾਈ ਰੱਖਣ ਦੇ ਲਈ ਛੱਡਿਆ ਸੀ ਲਾਪਰੀ ਤੂਫਾਨ। ਅੰਮ੍ਰਿਤਪਾਲ ਦੇ ਜਥੇ ਵੱਲੋਂ ਰੱਖੇ ਹਥਿਆਰਾਂ ਬਾਰੇ ਐਸਐਸਪੀ ਸਤਿੰਦਰ ਸਿੰਘ ਦਾ ਖੁਲਾਸਾ। ਕਿਹਾ ਹੋਰ ਲੋਕਾਂ ਦੇ ਧੱਕੇ ਨਾਲ ਰੱਖੇ ਹੋਏ ਸਨ ਲਾਇਸੈਂਸੀ ਹਥਿਆਰ। ਲੋਕਾਂ ਨੂੰ ਧਮਕਾ ਕੇ ਲੈ ਲੈਂਦੇ ਸੀ ਅਸਲਾ। ਆਪਣੇ ਲੋਕਾਂ ਨੂੰ ਵੰਡ ਦਿੰਦਾ ਸੀ ਅੰਮ੍ਰਿਤਪਾਲ। यूके ਦਾ ਖਾਲਿਸਤਾਨ ਤੇ ਵੱਡਾ ਖੁਲਾਸਾ। ਭਾਰਤ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਲਈ यूके ਦੇ ਗੁਰਦੁਆਰਿਆਂ ਦਾ ਇਸਤੇਮਾਲ ਕਰ ਰਹੇ ਨੇ ਖਾਲਿਸਤਾਨੀ। ਸਿੱਖ ਨੌਜਵਾਨਾਂ ਦਾ ਕੀਤਾ ਜਾ ਰਿਹਾ ਬ੍ਰੇਨ ਵਾਸ਼। ਪੀਐਮ ਰਿਸ਼ੀ ਸੁਨਕ ਤੋਂ ਕਰਵਾਈ ਕਾਰਵਾਈ ਦੀ ਅਪੀਲ। ਪਹਿਲਵਾਨਾਂ ਦੇ ਧਰਨੇ ਨੂੰ ਸਿਆਸਤਦਾਨਾਂ ਦਾ ਸਮਰਥਨ। ਜੰਤਰ ਮੰਤਰ ਪਹੁੰਚ ਕੇ ਕੇਜਰੀਵਾਲ ਪ੍ਰਿੰਕਾ ਗਾਂਧੀ ਨੇ ਕੀਤਾ ਸਹਿਯੋਗ। ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬ੍ਰਜ ਭੂਸ਼ਣ ਦੇ ਖਿਲਾਫ ਮੰਗੀ ਕਾਰਵਾਈ। ਬ੍ਰਜ ਭੂਸ਼ਣ ਬੋਲੇ ਮੇਰੇ ਖਿਲਾਫ ਹੋ ਰਹੀ ਹੈ ਸਿਆਸੀ ਸਾਜ਼ਿਸ਼। ਅਕਾਲੀਆਂ ਨਾਲ ਗੱਠਜੋੜ ਤੋਂ ਭਾਜਪਾ ਦੀ ਕੋਰੀ ਨਾ। ਪ੍ਰਧਾਨ ਅਸ਼ਵਨੀ ਸ਼ਰਮਾ ਬੋਲੇ ਅਕਾਲੀ ਦਲ ਦੇ ਨਾਲ ਕਿਸੇ ਵੀ ਕੀਮਤ ਤੇ ਨਹੀਂ ਹੋਵੇਗਾ ਗੱਠਜੋੜ। ਆਪਣੇ ਹੀ ਬਲਬੂਤੇ ਤੇ ਲੜਾਂਗੇ ਸਾਰੀਆਂ ਚੋਣਾਂ। ਬੰਬੀਆ ਗੈਂਗ ਦੇ ਨਾਲ ਜੁੜੇ ਜੱਸਾ ਗਰੁੱਪ ਨੇ ਕਰਨ ਔਜਲਾ ਤੇ ਚੈਰੀ ਮਾਨ ਨੂੰ ਦਿੱਤੀ ਧਮਕੀ। ਕਿਹਾ ਜਿੰਨੀਆਂ ਮਰਜ਼ੀ ਸਫਾਈਆਂ ਦੇ ਕੇ ਅਨਮੋਲ ਬਿਸ਼ਨੋਈ ਨਾਲ ਨੱਚਦੇ ਰਹੋ, ਤੁਹਾਡਾ ਦੋਵਾਂ ਦਾ ਕਰਾਂਗੇ ਹਿਸਾਬ। ਫੇਕ ਪਾਸਪੋਰਟ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼ਾਰਪੀ ਘੁੰਮਣ ਨੂੰ ਲੈ ਕੇ ਕਰਨ ਔਜਲਾ ਦੀ ਸਫਾਈ। ਕਿਹਾ ਮੇਰੀ ਉਸ ਦੇ ਨਾਲ 2 ਸਾਲ ਤੋਂ ਨਹੀਂ ਹੋਈ ਗੱਲ। ਸ਼ਾਰਪੀ ਨੇ ਜੋ ਕੀਤਾ ਹੈ ਹਰਜਾਨਾ ਭਰ ਰਿਹਾ ਹੈ। ਹਰ ਵਾਰ ਕਿਉਂ ਜੋੜਿਆ ਜਾਂਦਾ ਹੈ ਮੇਰਾ ਨਾਮ। 8ਵੀਂ ਜਮਾਤ ਦੀਆਂ ਟੌਪਰ ਵਿਦਿਆਰਥਣਾਂ ਨੂੰ ਮਿਲੇ ਸੀਐਮ ਮਾਨ। ਚੰਡੀਗੜ੍ਹ ਦੇ ਵਿੱਚ ਆਪਣੀ ਰਿਹਾਇਸ਼ ਤੇ ਕੀਤੀ ਮੁਲਾਕਾਤ। ਬੱਚਿਆਂ ਨੂੰ 51,000 ਦੇ ਸੌਂਪੇ ਚੈੱਕ। ਸਰਦਾਰ ਬਾਦਲ ਦੇ ਦੇਹਾਂਤ ਤੇ ਦੁੱਖ ਵੰਡਾਉਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਸਿਆਸੀ ਲੀਡਰ। ਪਿੰਡ ਬਾਦਲ ਪਹੁੰਚੇ यूपी ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ। ਸੁਖਬੀਰ ਸਿੰਘ ਬਾਦਲ ਦੇ ਨਾਲ ਵੰਡਾਇਆ ਦੁੱਖ। ਕੱਲ ਤੋਂ ਫਿਰ ਕਰਵਟ ਲੈ ਸਕਦਾ ਹੈ ਮੌਸਮ। 1 ਹਫ਼ਤੇ ਤੱਕ ਰੁਕ ਰੁਕ ਕੇ ਪੈ ਸਕਦਾ ਹੈ ਮੀਂਹ। ਗੜੇਮਾਰੀ ਦੀ ਵੀ ਸੰਭਾਵਨਾ। 20 ਮਈ ਤੋਂ ਸ਼ੁਰੂ ਹੋਵੇਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ। ਕਪਾਟ ਸਾਹਮਣੇੋਂ ਬਰਫ਼ ਹਟਾ ਕੇ ਕੀਤੀ ਗਈ ਅਰਦਾਸ। ਰਸਤਾ ਸਾਫ਼ ਕਰਨ ਦੇ ਵਿੱਚ ਜੁਟੇ ਫੌਜ ਦੇ ਜਵਾਨ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਹੋਵੇਗੀ ਅੰਮ੍ਰਿਤਪਾਲ ਦੀ। ਇਸ ਨੂੰ ਲੈ ਕੇ ਇੱਕ ਕਰਕੇ ਕਈ ਵੱਡੇ ਖੁਲਾਸੇ ਹੋ ਰਹੇ ਨੇ। ਹੁਣ ਅੰਮ੍ਰਿਤਪਾਲ ਨੂੰ ਲੈ ਕੇ ਨਵੇਂ ਖੁਲਾਸੇ ਹੋਏ ਨੇ। ਅੰਮ੍ਰਿਤਪਾਲ ਨੂੰ ਲੈ ਕੇ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ। ਨਿਊਜ਼ 18 ਹੁਣ ਤੱਕ 3 ਵੱਡੇ ਖੁਲਾਸੇ ਕਰ ਚੁੱਕਾ ਹੈ। ਥੋੜੀ ਦੇਰ ਦੇ ਵਿੱਚ ਇੱਕ ਹੋਰ ਖੁਲਾਸਾ ਕਰਾਂਗੇ, ਚੌਥਾ ਖੁਲਾਸਾ ਵੀ ਕਰਾਂਗੇ। ਆਖਿਰਕਾਰ ਕੇ ਇਸ ਦੇ ਵਿੱਚ ਅੰਮ੍ਰਿਤਪਾਲ ਦੇ ਨਾਲ ਜੁੜਿਆ ਕੀ ਖੁਲਾਸਾ ਹੈ, ਕੀ ਕੋਈ ਜਾਣਕਾਰੀ, ਉਹ ਵੀ ਦੱਸਾਂਗੇ। ਪਰ 3 ਖੁਲਾਸਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 3 ਖੁਲਾਸੇ ਵੱਡੇ ਹੋ ਚੁੱਕੇ ਨੇ। ਕਿ ਅੰਮ੍ਰਿਤਪਾਲ ਦੇ ਨਸ਼ਾ ਛਡਾਊ ਕੇਂਦਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਿਵੇਂ ਉਸ ਦੀ ਜ਼ਿੰਮੇਵਾਰੀ ਇੱਕ ਡੀ ਫਾਰਮੇਸੀ ਵਾਲੇ ਨੌਜਵਾਨ ਦੇ ਹੱਥ ਸੌਂਪੀ ਗਈ ਸੀ। ਉੱਥੇ ਹੀ ਇਸੇ ਨਸ਼ਾ ਮੁਕਤੀ ਦੀ ਆੜ ਦੇ ਵਿੱਚ ਕਿਵੇਂ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਤੇ ਨਾਲ ਇਹ ਵੀ ਵੱਡਾ ਖੁਲਾਸਾ ਹੋਇਆ ਹੈ ਕਿ ਅੰਮ੍ਰਿਤਪਾਲ ਦੇ ਸਾਥੀ ਵੀ ਜਿਹੜੇ ਨੇ ਉਹ ਨਸ਼ੇ ਦੇ ਆਦੀ ਸਨ। ਹੁਣ ਤੱਕ ਇਹ 3 ਕਈ ਵੱਡੇ ਖੁਲਾਸੇ ਜਿਹੜੇ ਹੋ ਚੁੱਕੇ ਨੇ। ਚੌਥਾ ਖੁਲਾਸਾ ਥੋੜੀ ਦੇਰ ਦੇ ਵਿੱਚ ਕਰਾਂਗੇ, ਉਹ ਵੀ ਦੱਸਾਂਗੇ ਕਿ ਆਖਿਰਕਾਰ ਅੰਮ੍ਰਿਤਪਾਲ ਦੇ ਨਾਲ ਜੁੜਿਆ ਚੌਥਾ ਖੁਲਾਸਾ ਕਿਹੜਾ ਹੈ। ਪਰ 3 ਵੱਡੇ ਖੁਲਾਸਿਆਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਨਸ਼ਾ ਮੁਕਤੀ ਕੇਂਦਰ ਦਾ ਵਾਰ-ਵਾਰ ਜ਼ਿਕਰ ਕੀਤਾ ਜਾਂਦਾ ਸੀਗਾ ਅੰਮ੍ਰਿਤਪਾਲ ਦੇ ਵੱਲੋਂ, ਉਸ ਨੂੰ ਲੈ ਕੇ ਪਿਛਲੇ ਦਿਨੀ ਅਸੀਂ ਵੱਡਾ ਖੁਲਾਸਾ ਕੀਤਾ ਸੀਗਾ ਕਿ ਉਸ ਦੀ ਜ਼ਿੰਮੇਵਾਰੀ, ਨਸ਼ਾ ਮੁਕਤੀ ਕੇਂਦਰ ਦੀ ਜ਼ਿੰਮੇਵਾਰੀ ਇੱਕ ਡੀ ਫਾਰਮੇਸੀ ਵਾਲੇ ਨੌਜਵਾਨ ਦੇ ਸਿਰ ਛੱਡੀ ਹੋਈ ਸੀ। ਜਿੱਥੇ ਕਿ ਡਾਕਟਰ ਦਾ ਕੋਈ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਸੀਗਾ। ਉੱਥੇ ਨਸ਼ਾ ਮੁਕਤੀ ਦੀ ਆੜ ਦੇ ਵਿੱਚ ਨੌਜਵਾਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਸੀ। ਚੌਥਾ ਖੁਲਾਸਾ ਥੋੜੀ ਦੇਰ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ 3 ਖੁਲਾਸਿਆਂ ਬਾਰੇ ਤੁਹਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦਿੰਦੇ ਜਿਹੜੇ ਕਿ ਹੁਣ ਤੱਕ ਅੰਮ੍ਰਿਤਪਾਲ ਨੂੰ ਲੈ ਕੇ ਇਹ ਖੁਲਾਸੇ ਹੋ ਚੁੱਕੇ ਨੇ। ਜਿਹੜੇ ਨੌਜਵਾਨ ਸੀ ਉਹਨਾਂ ਦੇ ਲਈ ਕੋਈ ਪ੍ਰਬੰਧ ਨਹੀਂ ਸੀ ਕਿ ਵਾਕਈ ਜੋ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜੇ ਡਾਕਟਰ ਜਾਂ ਸਟਾਫ ਜਾਂ ਜਿਸ ਤਰ੍ਹਾਂ ਕਾਉਂਸਲਿੰਗ ਕੀਤੀ ਜਾਂਦੀ ਉਹ ਚੀਜ਼ਾਂ ਸਨ ਉੱਥੇ ਨਹੀਂ। ਉੱਥੇ ਨਸ਼ਾ ਛਡਾਊ ਜਿੱਦਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਹੁੰਦਿਆ ਨਾ ਸਾਰਾ ਕੁਝ, ਉਵੇਂ ਫੈਸਿਲਿਟੀਆਂ ਨਹੀਂ ਸੀ ਹੈਗੀਆਂ ਉੱਥੇ। ਉੱਥੇ ਸਿਰਫ ਮਤਲਬ ਜਿਵੇਂ ਕਹਿ ਦੋ ਵੀ ਜਿੰਨੇ ਕੁ ਨੌਜਵਾਨ ਆਉਂਦੇ ਸੀਗੇ ਉਹਨੇ ਕੀ ਵਾਪਸ ਮਤਲਬ ਫਿਰ ਚਲ ਜਾਂਦੇ ਸੀ। ਜਿਵੇਂ ਜ਼ਿਆਦਾ ਪਪੂਲਰੀ ਹੋ ਗਈ ਸੀ ਹਨਾ, ਤੇ ਉਹ ਜ਼ਿਆਦਾ ਹੀ ਆਈ ਜਾਂਦੇ ਸੀ। ਜਿਵੇਂ ਯਾਨੀ ਕਿ ਜਿਹੜੀਆਂ ਉਹਨਾਂ ਦੀਆਂ ਸਪੀਚਾਂ ਜਾਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਲੱਗਦਾ ਸੀ ਕਿ ਉੱਥੇ ਨੌਜਵਾਨਾਂ ਦਾ ਨਸ਼ਾ ਛੁਡਾਇਆ ਜਾਂਦਾ ਤਾਂ ਲੋਕ ਆਪਣੇ ਨੌਜਵਾਨ ਪੁੱਤਾਂ ਨੂੰ ਉੱਥੇ ਛੱਡ ਜਾਂਦੇ ਸੀ। ਪਰ ਬਾਅਦ ਦੇ ਵਿੱਚ ਕੀ ਉਹਦਾ ਰਿਜ਼ਲਟ ਨਿਕਲਦਾ ਸੀ? ਨਸ਼ਾ ਛੱਡਦੇ ਸੀ ਜਾਂ ਨਹੀਂ? ਮਤਲਬ
ਤੁਸੀਂ ਕਹਿ ਲਓ ਵੀ ਨਹੀਂ ਸੀ ਛੱਡਦੇ ਇੱਕ ਹਿਸਾਬ ਦੇ, ਜਿੱਦਾਂ ਕਹਿ ਦਈਏ ਕੁਝ ਇੱਕ ਦੋ ਜਣੇ ਜਿੱਦਾਂ ਛੱਡ ਗਏ, ਉਹ ਵੀ ਗੁਰੂ ਦੇ ਲੜ ਲੱਗ ਕੇ। ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਨਿਊਜ਼ ਚੈਨਲ ਦੇ ਜ਼ਰੀਏ ਇਹ ਬੋਲ ਦੇਣਾ ਕਿ ਅਸੀਂ ਬੜਾ ਡੀ ਐਡਿਕਸ਼ਨ ਸੈਂਟਰ ਚਲਾ ਰਹੇ ਹਾਂ, ਇਦਾਂ ਦੀ ਕੋਈ ਵੀ ਉੱਥੇ ਗੱਲ ਨਹੀਂ ਸੀ। ਕੋਈ ਪ੍ਰੋਫੈਸ਼ਨਲ ਡਾਕਟਰ ਨਹੀਂ, ਕੋਈ ਇਹਨਾਂ ਕੋ ਬੇਸਿਕ ਜਿਹੜੀ ਚੀਜ਼ ਹੁੰਦੀ ਆ ਆਪਣਾ ਲਾ ਲਓ ਬਿਲਡਿੰਗ ਵਗੈਰਾ, ਉਹ ਵੀ ਕੁਝ ਨਹੀਂ ਸੀਗੀ। ਇੱਕ ਬਕਾਇਦਾ ਉਹਨਾਂ ਨੇ ਸ਼ੈੱਡ ਪਾਇਆ ਸੀ ਜਿਹਦੇ 'ਚ ਸਾਰੇ ਦੇ ਸਾਰੇ ਬੱਚੇ ਥੱਲੇ ਹੀ ਸੌਂਦੇ ਸੀਗੇ। ਸੋ ਇਸ ਕਰਕੇ ਬੇਸਿਕ ਜਿਹੜੀਆਂ ਸਹੂਲਤਾਂ ਉਹ ਤੇ ਜ਼ਰੂਰ ਚਾਹੀਦੀਆਂ ਡੀ ਐਡਿਕਸ਼ਨ ਸੈਂਟਰ 'ਚ, ਡਾਕਟਰਸ ਵਗੈਰਾ ਦੇ ਕੰਪਲਸਰੀ ਹੁੰਦਾ ਹੀ ਹੈ। ਸੋ ਇਦਾਂ ਦੀ ਕੋਈ ਵੀ ਚੀਜ਼ ਨਹੀਂ ਸੀ। ਇਹਨਾਂ ਕੋਲ 7 ਦੇ ਕਰੀਬ ਡਬਲ ਬੈਰਲ 12 ਬੋਰ ਡਬਲ ਬੈਰਲ ਗਨ ਜਿਹੜੀ ਉਹ ਬਰਾਮਦ ਹੋਈਆਂ ਆ, ਔਰ ਉਹ ਸੱਤੇ ਦੇ ਸੱਤੇ ਹੀ ਜਿਹੜੀਆਂ ਇਹ ਕੈਰੀ ਕਰ ਰਹੇ ਸੀ ਇਹ ਆਥੋਰਾਈਜ਼ਡ ਨਹੀਂ ਸੀਗੇ, ਇਹ ਟੋਟਲੀ ਇਲੀਗਲ ਉਹ ਵੈਪਨ ਸੀਗੇ। ਉਹ ਕਿਸੇ ਦੇ ਲਾਇਸੈਂਸੀ ਵੈਪਨ ਆ, ਔਰ ਉੱਥੋਂ ਇਹ ਅੰਮ੍ਰਿਤਪਾਲ ਦੇ ਜਿਹੜੇ ਇਹ ਸਾਥੀ ਜਿਹੜੇ ਅਰੈਸਟ ਕੀਤੇ ਆ ਜ਼ਿਆਦਾਤਰ ਉਹੀ ਲੋਕਾਂ ਨੇ, ਉਹਨਾਂ ਤੋਂ ਚੁੱਕ ਕੇ ਲਿਆ ਕੇ ਇੱਥੇ ਇਹਦੇ ਕੋਲ ਜੱਲੂ ਖੜੇ ਅੰਮ੍ਰਿਤਪਾਲ ਦੇ ਉਹਦੇ ਪਿੰਡ ਦੇ ਵਿੱਚ ਆਪਦੇ ਉਹਨਾਂ ਨੇ ਉਹਦੇ ਚ ਰੱਖ ਲਏ। ਇਹ ਜ਼ਿਕਰ ਸੀ ਅੰਮ੍ਰਿਤਪਾਲ ਨੂੰ ਲੈ ਕੇ ਹੁਣ ਤੱਕ ਹੋਏ 3 ਵੱਡੇ ਖੁਲਾਸਿਆਂ ਦਾ। ਹੁਣ ਚੌਥੇ ਵੱਡੇ ਖੁਲਾਸੇ ਦਾ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ। ਅੰਮ੍ਰਿਤਪਾਲ ਦੇ ਨਸ਼ਾ ਛਡਾਊ ਕੇਂਦਰ ਨੂੰ ਲੈ ਕੇ ਵੱਡਾ ਖੁਲਾਸਾ ਹੈ। ਨਸ਼ਾ ਛੱਡਣ ਦੇ ਲਈ ਆਏ ਨੌਜਵਾਨ ਦੇ ਵੱਲੋਂ ਦਰਅਸਲ ਵੱਡਾ ਖੁਲਾਸਾ ਕੀਤਾ ਗਿਆ ਕਿ ਕੇਂਦਰ ਦੇ ਵਿੱਚ ਨਸ਼ਾ ਛਡਾਉਣ ਦੇ ਲਈ ਕੋਈ ਵੀ ਸਹੂਲਤ ਨਹੀਂ ਸੀ, ਨਸ਼ਾ ਛਡਾਉਣ ਦੇ ਲਈ ਕੋਈ ਵੀ ਦਵਾਈ ਨਹੀਂ ਸੀ, ਜਿਹੜਾ ਕਿ ਨੌਜਵਾਨ ਸਿੱਧੇ ਤੌਰ ਤੇ ਇਸੇ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਪਹੁੰਚਦਾ, ਜਿੱਥੇ ਕਿ ਨਸ਼ਾ ਛੱਡਣ ਦਾ ਨਸ਼ਾ ਛਡਾਉਣ ਦਾ ਦਾਅਵਾ ਕੀਤਾ ਜਾਂਦਾ ਸੀਗਾ। ਪਰ ਨੌਜਵਾਨ ਦੇ ਨੂੰ ਕਿਹਾ ਗਿਆ ਕਿ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਆਫਰ ਦਿੱਤੀ ਜਾਂਦੀ ਸੀ, ਅੰਮ੍ਰਿਤਪਾਲ ਦੇ ਹਥਿਆਰਬੰਦ ਜਥੇ ਦੇ ਵਿੱਚ ਸ਼ਾਮਲ ਕਰਨ ਦੀ ਆਫਰ ਦਿੱਤੀ ਜਾਂਦੀ ਸੀ, ਲਾਇਸੈਂਸੀ ਹਥਿਆਰ ਵਾਲਿਆਂ ਨੂੰ ਜਥੇ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀਗਾ। ਨਸ਼ਾ ਛਡਾਊ ਕੇਂਦਰ ਦੇ ਵਿੱਚ ਭੜਕਾਊ ਭਾਸ਼ਣ ਹੁੰਦੇ ਸਨ। ਜਿਹੜਾ ਨੌਜਵਾਨ ਇਸ ਆਸ ਦੇ ਨਾਲ, ਇਸ ਉਮੀਦ ਦੇ ਨਾਲ ਇਸ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਪਹੁੰਚਿਆ ਸੀਗਾ ਕਿ ਉਸ ਦਾ ਨਸ਼ਾ ਛੁਡਾ ਦਿੱਤਾ ਜਾਵੇਗਾ, ਉਸੇ ਨੌਜਵਾਨ ਦੇ ਵੱਲੋਂ ਇਹ ਵੱਡੇ ਖੁਲਾਸੇ ਕੀਤੇ ਗਏ ਨੇ। ਨੌਜਵਾਨ ਦਾ ਕਹਿਣਾ ਹੈ ਕਿ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੜਕਾਊ ਭਾਸ਼ਣ ਹੁੰਦੇ ਸਨ, ਮੈਨੂੰ ਅੰਮ੍ਰਿਤਪਾਲ ਦਾ ਭਾਸ਼ਣ ਪਸੰਦ ਨਹੀਂ ਸੀ। ਨੌਜਵਾਨ ਦੇ ਵੱਲੋਂ ਵੀ ਕਿਹਾ ਗਿਆ ਕਿ ਉਸ ਨੂੰ ਅੰਮ੍ਰਿਤਪਾਲ ਦਾ ਭਾਸ਼ਣ ਪਸੰਦ ਨਹੀਂ ਸੀ, ਪਰ ਮਜਬੂਰਨ ਉਸ ਨੂੰ ਉਸਦੇ ਭਾਸ਼ਣ ਜਿਹੜੇ ਉੱਥੇ ਜਿਹੜੇ ਹੁੰਦੇ ਸਨ ਉਹ ਸੁਣਨੇ ਪੈਂਦੇ ਸਨ। ਸੋ ਅੰਮ੍ਰਿਤਪਾਲ ਦੇ ਨਸ਼ਾ ਛਡਾਊ ਕੇਂਦਰ ਨੂੰ ਲੈ ਕੇ ਜਿਹੜੇ ਲਗਾਤਾਰ ਉਸਦੇ ਦਾਅਵੇ ਕੀਤੇ ਜਾਂਦੇ ਸਨ, ਉਹਨਾਂ ਦਾਅਵਿਆਂ ਨੂੰ ਲੈ ਕੇ ਹੁਣ ਇਹ ਵੱਡਾ ਖੁਲਾਸਾ ਹੋਇਆ ਹੈ। ਨਸ਼ਾ ਛੱਡਣ ਦੇ ਲਈ ਪਹੁੰਚੇ ਨੌਜਵਾਨ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਕੇਂਦਰ ਦੇ ਵਿੱਚ ਨਸ਼ਾ ਛੁਡਵਾਉਣ ਦੇ ਲਈ ਕੋਈ ਸਹੂਲਤ ਨਹੀਂ ਸੀ, ਨਸ਼ਾ ਛੁਡਵਾਉਣ ਦੇ ਲਈ ਕੋਈ ਦਵਾਈ ਨਹੀਂ ਸੀ, ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਆਫਰ ਦਿੱਤੀ ਜਾਂਦੀ ਸੀ, ਅੰਮ੍ਰਿਤਪਾਲ ਦੇ ਹਥਿਆਰਬੰਦ ਜਥੇ ਦੇ ਵਿੱਚ ਸ਼ਾਮਲ ਕਰਨ ਦੀ ਦਰਅਸਲ ਨੌਜਵਾਨਾਂ ਨੂੰ ਆਫਰ ਦਿੱਤੀ ਜਾਂਦੀ ਸੀ, ਤੇ ਲਾਇਸੈਂਸੀ ਹਥਿਆਰ ਵਾਲਿਆਂ ਨੂੰ ਜਥੇ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀਗਾ। ਜਿਨ੍ਹਾਂ ਦੇ ਕੋਲ ਲਾਇਸੈਂਸੀ ਹਥਿਆਰ ਸਨ ਉਹਨਾਂ ਨੂੰ ਜਥੇ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ। ਨਸ਼ਾ ਛਡਾਊ ਕੇਂਦਰ ਦੇ ਵਿੱਚ ਭੜਕਾਊ ਭਾਸ਼ਣ ਹੁੰਦੇ ਸਨ ਤੇ ਨੌਜਵਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਨੂੰ ਅੰਮ੍ਰਿਤਪਾਲ ਦਾ ਭਾਸ਼ਣ ਪਸੰਦ ਨਹੀਂ ਸੀ। ਇਸ ਤੋਂ ਪਹਿਲਾਂ 3 ਵੱਡੇ ਖੁਲਾਸੇ ਅੰਮ੍ਰਿਤਪਾਲ ਨੂੰ ਲੈ ਕੇ ਹੋ ਚੁੱਕੇ ਨੇ ਤੇ ਚੌਥਾ ਵੱਡਾ ਖੁਲਾਸਾ ਉਸ ਨੌਜਵਾਨ ਦੇ ਵੱਲੋਂ ਕੀਤਾ ਗਿਆ, ਜਿਹੜਾ ਨੌਜਵਾਨ ਇਸ ਆਸ ਦੇ ਨਾਲ ਨਸ਼ਾ ਮੁਕਤੀ ਕੇਂਦਰ ਦੇ ਵਿੱਚ ਪਹੁੰਚਿਆ ਸੀਗਾ ਕਿ ਉਹ ਨਸ਼ੇ ਦਾ ਆਦੀ ਹੈ ਤੇ ਸ਼ਾਇਦ ਉੱਥੇ ਨਸ਼ਾ ਉਸਦਾ ਛੁਡਵਾ ਦਿੱਤਾ ਜਾਵੇਗਾ, ਪਰ ਉੱਥੇ ਉਸ ਨੂੰ ਪਿਕਚਰ ਜਿਹੜੀ ਤਸਵੀਰ ਹੈ ਬਿਲਕੁਲ ਉਲਟ ਨਜ਼ਰ ਆਈ। ਤੇ ਹੁਣ ਇੱਕ ਵਾਰ ਫਿਰ ਉਸ ਦੇ ਵੱਲੋਂ ਪਹਿਲੀ ਵਾਰ ਉਸ ਨੌਜਵਾਨ ਦੇ ਵੱਲੋਂ ਇਹ ਵੱਡਾ ਖੁਲਾਸਾ ਕੀਤਾ ਗਿਆ ਨਸ਼ਾ ਮੁਕਤੀ ਕੇਂਦਰ ਨੂੰ ਲੈ ਕੇ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਜਾਂਚ ਵੀ ਕੀਤੀ ਜਾ ਰਹੀ ਹੈ ਔਰ ਜਾਂਚ ਦੇ ਵਿੱਚ ਹਰ ਰੋਜ਼ ਨਿਤ ਨਵੇਂ ਖੁਲਾਸੇ ਵੀ ਹੋ ਰਹੇ ਨੇ। ਇਸ ਵੇਲੇ ਸਭ ਤੋਂ ਵੱਧ ਚਰਚਾ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਸ਼ਾ ਛਡਾਊ ਕੇਂਦਰ ਹੈ, ਕਿਉਂਕਿ ਬਹੁਤ ਵੱਡੇ ਪੱਧਰ ਤੇ ਇਹ ਪ੍ਰਚਾਰ ਕੀਤਾ ਜਾਂਦਾ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾਂਦਾ ਹੈ ਔਰ ਸਿੱਖੀ ਵਾਲੇ ਪਾਸੇ ਜੋੜਿਆ ਜਾਂਦਾ ਹੈ। ਪਰ ਹੁਣ ਜਿਸ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਉਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਵਾਈਆਂ ਦੇਣ ਵਾਲਾ ਇੱਕ ਨੌਜਵਾਨ ਸਾਹਮਣੇ ਆਇਆ ਸੀ, ਜਿਸ ਨੇ ਦੱਸਿਆ ਕਿ ਉਹ ਡੀ ਫਾਰਮੇਸੀ ਉਸਨੇ ਕੀਤੀ ਹੈ, ਪਰ ਉਸਦੇ ਕੋਲ ਕੋਈ ਵੀ ਐਸਾ ਤਜਰਬਾ ਨਹੀਂ ਹੈ ਕਿ ਉਹ ਕਿਸੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਵਾਈ ਦੇ ਸਕੇ। ਤਾਂ ਅੱਜ ਇੱਕ ਨੌਜਵਾਨ ਸਾਡੇ ਨਾਲ ਹੈ ਜਿਹੜਾ ਉਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਰਿਹਾ ਹੈ। ਪਰਿਵਾਰ ਨੇ ਇਸ ਕਰਕੇ ਭੇਜਿਆ ਸੀ ਕਿ ਉਸਦਾ ਜਿਹੜਾ ਨਸ਼ਾ ਹੈ ਉਸਦੀ ਲੱਤ ਛੁੱਟ ਜਾਵੇ, ਪਰ ਕਹਾਣੀ ਕੁਝ ਹੋਰ ਨਿਕਲੀ। ਕਿੰਨੇ ਦਿਨ ਇਹ ਨੌਜਵਾਨ ਉੱਥੇ ਰਿਹਾ, ਕੀ ਕੁਝ ਇਸਨੇ ਦੇਖਿਆ, ਖੁਦ ਜਾਣਦੇ ਹਾਂ ਉਸ ਤੋਂ। ਤੁਸੀਂ ਇਹ ਦੱਸੋ ਕਿ ਉੱਥੇ ਪਹੁੰਚੇ ਕਿਸ ਤਰ੍ਹਾਂ? ਸਭ ਤੋਂ ਪਹਿਲਾਂ ਤਾਂ ਇਹ ਮਤਲਬ ਕਿ ਇਹਨਾਂ ਦੀ ਸੋਸ਼ਲ ਨੈਟਵਰਕ ਤੇ ਵੀਡੀਓ ਵੇਖੀ ਸੀ, ਮੈਂ ਮਤਲਬ ਕਿ ਛੱਡਣਾ ਚਾਹੁੰਦਾ ਸੀ ਨਸ਼ਾ ਕਾਫੀ ਟਾਈਮ ਤੋਂ, ਤੇ 2-4 ਦਿਨ ਤੋਂ ਘਰੇ ਹੀ ਪਹਿਲੇ ਟਰਾਈ ਕੀਤਾ, ਉਸ ਤੋਂ ਬਾਅਦ ਇਹਨਾਂ ਨੂੰ ਵੇਖਿਆ, ਫਿਰ ਉੱਥੇ ਘਰ ਦੇ ਛੱਡ ਕੇ ਆਏ। ਕਿੰਨੀ ਕੁ ਦੇਰ ਤੋਂ ਨਸ਼ਾ ਕਰ ਰਹੇ ਸੀ ਔਰ ਕਿਸ ਚੀਜ਼ ਦਾ ਨਸ਼ਾ ਕਰਦੇ ਸੀ? ਮਤਲਬ 3-4 ਸਾਲ ਤੋਂ, 1-ਅੱਧਾ ਸਾਲ ਤੇ ਇਦਾਂ ਹੀ ਲੰਘ ਗਿਆ ਛੱਡਦੇ ਛਡਾਉਂਦੇ ਵੀ ਕਿੱਦਾਂ ਛੱਡਿਆ ਜਾਵੇ, ਕੋਈ ਤਰੀਕਾ ਮਿਲੇ ਜਾਂ ਕੋਈ ਰਾਹ ਮਿਲੇ, ਹਨਾ। ਤੇ ਉਸ ਤੋਂ ਬਾਅਦ ਫਿਰ ਮਤਲਬ ਕਿ
2-4 ਦਿਨ ਪਹਿਲੇ ਘਰੇ ਟਰਾਈ ਕੀਤਾ, ਫਿਰ ਉਸ ਤੋਂ ਬਾਅਦ ਇਹਨਾਂ ਦਾ ਕਾਫੀ ਚਰਚਾ ਸੀ, ਵਿਸ਼ੇ 'ਚ ਰਹਿੰਦੇ ਸੀ ਹਨਾ। ਤੇ ਉੱਥੇ ਕੌਣ ਛੱਡ ਕੇ ਆਇਆ ਤੁਹਾਨੂੰ? ਮੇਰੇ ਫਾਦਰ ਸਾਹਿਬ ਛੱਡ ਕੇ ਆਏ ਤੇ ਫਿਰ 5-7 ਦਿਨ ਮੈਂ ਰਿਹਾ ਉੱਥੇ, ਤੇ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਸੀ ਵੀ ਲੈ ਜਾਓ ਮੈਨੂੰ, ਉਹੀ ਲੈ ਕੇ ਆਏ ਸੀ ਵਾਪਸ। ਕਿ ਰਹੇ ਕਿਉਂ ਨਹੀਂ ਉੱਥੇ? ਕੀ ਉੱਥੇ ਪ੍ਰਬੰਧ ਨਹੀਂ ਸੀ ਨਸ਼ਾ ਛਡਾਉਣ ਦੇ? ਪ੍ਰਬੰਧ ਤੇ ਮਤਲਬ ਕਿ ਮੈਡੀਸਿਨ ਪ੍ਰੋਪਰ ਦਿੰਦੇ ਸੀ, ਬਟ ਉੱਥੇ ਕੋਈ ਪ੍ਰੋਫੈਸ਼ਨਲ ਡਾਕਟਰ ਨਹੀਂ ਸੀ, ਉਸ ਦਾ ਕਰਕੇ ਮੈਂ ਥੋੜਾ। ਕਿਹੜੀ ਮੈਡੀਸਿਨ ਦਿੰਦੇ ਸੀ ਤੁਹਾਨੂੰ ਕੋਈ ਪਤਾ ਸੀ? ਕਦੀ ਦੱਸਿਆ ਕੋਈ ਡਾਕਟਰ ਆਉਂਦਾ ਸੀ ਉੱਥੇ? ਨਹੀਂ, ਮੈਡੀਸਿਨ ਡਾਕਟਰ ਨਹੀਂ ਸੀ ਆਉਂਦਾ ਉੱਥੇ, ਬਾਬਾ ਜੀ ਦਿੰਦੇ ਸੀ ਖੁਦ। ਤੇ ਮੈਡੀਸਿਨ ਮਤਲਬ ਕਿ ਲੇਬਲ ਨਹੀਂ ਦਿਖਾਉਂਦੇ ਕਿਹੜੀ ਮੈਡੀਸਿਨ ਆ ਹਨਾ, ਉਹਦੀ ਪੈਕਿੰਗ ਨਹੀਂ ਦਿਖਾਉਂਦੇ ਨਾ। ਕਿਹੜੇ ਬਾਬਾ ਜੀ ਦਿੰਦੇ? ਅੰਮ੍ਰਿਤਪਾਲ ਖੁਦ ਦਿੰਦੇ ਸੀ ਜਾਂ ਕੋਈ ਹੋਰ? ਨਹੀਂ, ਬਾਬਾ ਬਸੰਤ ਜੀ ਦੱਸਦੇ ਸੀ। ਮਤਲਬ ਜਿੰਨੇ ਵੀ ਨੌਜਵਾਨ ਨਸ਼ਾ ਛੱਡਣ ਦੇ ਲਈ ਉੱਥੇ ਆਉਂਦੇ ਸੀ ਉਹਨਾਂ ਦੀ ਦੇਖ-ਰੇਖ ਬਾਬਾ ਬਸੰਤ ਸਿੰਘ ਕਰਦੇ ਸੀ? ਹਾਂਜੀ, ਇੰਚਾਰਜ ਉਹੀ ਸੀ, ਸਾਰਾ ਦੇਖ ਰੇਖ ਉਹੀ ਕਰਦੇ ਸੀ। ਤੇ ਤੁਹਾਡੇ ਨਾਲ ਹੋਰ ਵੀ ਉੱਥੇ ਨੌਜਵਾਨ ਹੋਣਗੇ, ਕੀ ਕੋਈ ਤੁਹਾਡੇ ਸਾਹਮਣੇ ਨਸ਼ਾ ਛੱਡ ਕੇ ਗਿਆ ਜਾਂ ਕਿਸੇ ਨੇ ਕਿਹਾ ਕਿ ਮੈਂ ਨਸ਼ਾ ਛੱਡ ਚੁੱਕਿਆ? ਨਹੀਂ, ਛੱਡ ਕੇ ਤੇ ਨਹੀਂ ਗਏ, ਪਰ ਮੇਰੇ ਸਾਹਮਣੇ ਤੇ ਨਹੀਂ ਗਿਆ। ਪਰ ਹਾਂ ਇਦਾਂ ਜ਼ਰੂਰ ਹੋਇਆ ਵੀ ਕੋਈ ਬੰਦਾ ਜਿੱਦਾਂ ਮਤਲਬ 2-4 ਦਿਨ ਤੋਂ ਆਇਆ ਵਾ, ਉਹ ਕੋ ਰਿਹਾ ਨਹੀਂ ਗਿਆ, ਲੈਫਟ ਕਰ ਗਿਆ, ਚਲ ਗਿਆ। ਤੇ ਤੁਹਾਡਾ ਉੱਥੋਂ ਵਾਪਸ ਆਉਣ ਦਾ ਕੀ ਮਕਸਦ ਸੀ? ਤੁਹਾਨੂੰ ਕਿਉਂ ਲੱਗਾ ਕਿ ਉੱਥੇ ਨਹੀਂ ਰਹਿਣਾ ਚਾਹੀਦਾ? ਮੇਰਾ ਇਸ ਕਰਕੇ ਵਾਪਸ ਆਉਣ ਦਾ ਇਹ ਮਕਸਦ ਹੋ ਗਿਆ ਕਿ ਮਤਲਬ ਉਹ ਕਹਿੰਦੇ ਸੀ ਨਸ਼ਾ ਛੱਡੋ ਤੇ ਅੰਮ੍ਰਿਤ ਛਕੋ, ਤੇ ਮਤਲਬ ਕਿ ਹਨਾ ਇਦਾਂ। ਪਰ ਅੰਮ੍ਰਿਤ ਛਕਣਾ ਤੇ ਮਾੜੀ ਗੱਲ ਨਹੀਂ ਹੈ, ਹੋਰ ਉਹਦੇ ਨਾਲ ਕੋਈ ਐਸਾ ਕਾਰਨ ਜਿਹਦੇ ਕਰਕੇ ਤੁਹਾਨੂੰ ਲੱਗਾ ਹੋਵੇ ਕਿ ਇੱਥੇ ਨਹੀਂ ਰਹਿਣਾ ਚਾਹੀਦਾ? ਮਤਲਬ ਕਿ ਇਹੀ ਦੱਸਦੇ ਸੀ ਕਿ ਆਪਣੇ ਧਰਮ ਦੇ ਨਾਲ ਰਿਲੇਟਡ ਜੁੜੋ ਤੇ ਅੰਮ੍ਰਿਤਪਾਲ ਦੇ ਫੋਲੋ ਕਰੋ ਹਨਾ, ਜਿੱਦਾਂ ਵੀ ਉਹ ਕਹਿੰਦੇ ਆ, ਉਹਨਾਂ ਦੇ ਜਥੇ 'ਚ ਸ਼ਾਮਲ ਹੋ ਵਗੈਰਾ ਵਗੈਰਾ। ਜੱਥੇ 'ਚ ਸ਼ਾਮਲ ਹੋਣ ਲਈ ਖਾਸ ਕਿਉਂ? ਕਿਉਂਕਿ ਜਿਹੜੇ ਇਹ ਵੀ ਗੱਲ ਸਾਹਮਣੇ ਆਈ ਪੁਲਿਸ ਦੀ ਜਾਂਚ ਦੇ ਵਿੱਚ ਕਿ ਨੌਜਵਾਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਹਾਨੂੰ ਹਥਿਆਰ ਚਲਾਉਣੇ ਸਿਖਾਏ ਜਾਣਗੇ ਜਾਂ ਜਿਹਦੇ ਕੋਲ ਕੋਈ ਵੈਪਨ ਹੈ ਉਹਨੂੰ ਆਪਣੇ ਨਾਲ ਜੋੜਿਆ ਜਾਂਦਾ ਸੀ, ਐਸੀ ਕੋਈ ਗੱਲ? ਨਹੀਂ, ਹਥਿਆਰ ਚਲਾਉਣ ਦੀ ਕੋਈ ਟ੍ਰੇਨਿੰਗ ਤੇ ਇਦਾਂ ਦੀ ਕੋਈ ਗੱਲ ਨਹੀਂ ਮੈਂ ਦੇਖੀ, ਜਿੰਨੇ ਦਿਨ ਵੀ ਰਿਹਾ 5-7 ਦਿਨ। ਪਰ ਹਾਂ ਇਹ ਜ਼ਰੂਰ ਹੈਗਾ ਸੀ ਕਿ ਮਤਲਬ ਜਿਹੜੇ ਬੰਦੇ ਸੁਧਰ ਜਾਂਦੇ ਸੀ, ਨਸ਼ਾ ਛੱਡ ਜਾਂਦੇ ਸੀ, ਉਹਨਾਂ ਨੂੰ ਕਹਿੰਦੇ ਸੀ ਅੰਮ੍ਰਿਤ ਛਕੋ, ਤੇ ਜੇ ਤੁਹਾਡੇ ਕੋਲ ਕੋਈ ਹਥਿਆਰ ਹੈ ਲਾਇਸੈਂਸੀ ਤੇ ਆਪਣੇ ਨਾਲ ਰੱਖੋ ਹਥਿਆਰ, ਤੇ ਤੁਸੀਂ ਮਤਲਬ ਕਿ ਰਹਿ ਸਕਦੇ ਆ ਨਾਲ ਅੰਮ੍ਰਿਤਪਾਲ। ਤੁਹਾਨੂੰ ਵੀ ਇਹ ਗੱਲ ਕਹੀ ਗਈ ਸੀ ਕਿ ਜੇਕਰ ਤੁਸੀਂ ਨਸ਼ਾ ਛੱਡਦੇ ਹੋ ਤਾਂ ਤੁਹਾਨੂੰ ਆਪਣੇ ਜੱਥੇ 'ਚ ਸ਼ਾਮਲ ਕੀਤਾ ਜਾਏਗਾ? ਹਾਂਜੀ, ਕਿ ਮਤਲਬ ਤੁਹਾਨੂੰ ਮਤਲਬ ਕਿ ਆਪਣੀ ਸੈਲਫ ਡਿਫੈਂਸ ਲਈ ਗੱਤਕਾ ਸਿਖਾਇਆ ਜਾਊਗਾ, ਘੋੜਸਵਾਰੀ ਸਿਖਾਈ ਜਾਊਗੀ, ਤੁਸੀਂ ਆਪਣੇ ਨਾਲ ਹਥਿਆਰ ਰੱਖੋ, ਅੰਮ੍ਰਿਤ ਛਕੋ, ਸਿੰਘ ਸੱਜੋ, ਤੇ ਜੋ ਅੰਮ੍ਰਿਤਪਾਲ ਕਹਿੰਦੇ ਫੋਲੋ ਕਰੋ। ਨਹੀਂ, ਜਿਹੜੇ ਵੈਪਨ ਬਾਰੇ ਦੱਸੋ ਕਿ ਇਹ ਕਿਹਾ ਜਾਂਦਾ ਸੀ ਕਿ ਜਿਨ੍ਹਾਂ ਦੇ ਕੋਲ ਲਾਇਸੈਂਸੀ ਵੈਪਨ ਨੇ ਉਹਨਾਂ ਨੂੰ ਆਪਣੇ ਜੱਥੇ 'ਚ ਸ਼ਾਮਲ ਕੀਤਾ ਜਾਏ? ਹਾਂਜੀ, ਜਿਨ੍ਹਾਂ ਕੋਲ ਲਾਇਸੈਂਸੀ ਆ, ਤੇ ਜਿਨ੍ਹਾਂ ਕੋਲ ਨੌਨ ਲਾਇਸੈਂਸੀ ਆ ਜਾਂ ਮਤਲਬ ਹੈ ਹੀ ਨਹੀਂ ਉਹਨਾਂ ਨੂੰ ਨਹੀਂ। ਇੱਕ ਹੋਰ ਜਿਵੇਂ ਉਹਨਾਂ ਦੇ ਨਾਲ ਜਿਹੜੇ ਨੌਜਵਾਨ ਨਜ਼ਰ ਆਉਂਦੇ ਸੀ ਕਿ ਉਹ ਵੀ ਵੱਖ-ਵੱਖ ਧਰਮਾਂ ਤੋਂ ਕਿਹਾ ਜਾਂਦਾ ਸੀ ਕਿ ਸਾਰੇ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧ ਰੱਖਦੇ ਨੇ, ਪਰ ਕੀ ਉਹ ਵੀ ਨਸ਼ਾ ਛੱਡਣ ਦੇ ਲਈ ਉੱਥੇ ਪਹੁੰਚੇ ਸੀ, ਬਾਅਦ 'ਚ ਜੱਥੇ 'ਚ ਸ਼ਾਮਲ ਕੀਤਾ ਗਿਆ? ਹਾਂਜੀ, ਮਤਲਬ ਵੱਖ-ਵੱਖ ਧਰਮਾਂ ਤੋਂ ਕਈ ਹੈ ਵੀ ਸੀ, ਕੋਈ ਕ੍ਰਿਸਚਨ ਹੀ ਜਾਂ ਕੋਈ ਵੀ ਮਤਲਬ ਕਿ ਇਹੀ ਮਤਲਬ ਕਿ ਜ਼ਰੂਰਤ ਦਾ ਕਰਕੇ ਆਏ ਸੀ ਵੀ ਉਹਨਾਂ ਦਾ ਧੀ ਪੁੱਤ ਮਤਲਬ ਨਸ਼ਾ ਛੱਡ ਜੇ ਹਨਾ, ਵੀ ਇੱਥੇ ਮੈਡੀਸਿਨ ਹੈਗੀ ਆ। ਪਰ ਇਹ ਨਹੀਂ ਨਾ ਕਿਸੇ ਨੂੰ ਪਤਾ ਕਿ ਮਤਲਬ ਕੋਈ ਪ੍ਰੋਫੈਸ਼ਨਲ ਡਾਕਟਰ ਨਹੀਂ ਹੈਗਾ ਹਨਾ। ਹੁਣ ਕੋਈ ਵੀ ਮੰਨ ਲਓ ਪ੍ਰੋਬਲਮ ਹੋ ਜਾਂਦੀ ਹੈ, ਕਈ ਵਾਰ ਬੰਦੇ ਨੂੰ ਫੀਵਰ ਹੀ ਆ ਜਾਂਦਾ ਵਾ, ਤੇ ਡਾਕਟਰ ਨੂੰ ਕਿੱਦਾਂ ਉਹਨਾਂ ਨੂੰ ਪਤਾ ਲੱਗੂਗਾ ਕਿ ਇਹਨੂੰ ਫੀਵਰ ਵਾ ਹਨਾ? ਡਾਕਟਰ ਹੋਊਗਾ, ਥਰਮਾਮੀਟਰ ਨਾਲ ਚੈੱਕ ਕਰੂਗਾ, ਪਤਾ ਲੱਗੂ ਵੀ ਫੀਵਰ। ਦਵਾਈ ਦੀ ਕੋਈ ਟਾਈਮਿੰਗ ਸੀ ਜਾਂ ਜਦੋਂ ਮਰਜ਼ੀ ਕੋਈ ਜਾ ਕੇ ਦਵਾਈ ਲੈ ਸਕਦਾ? ਟਾਈਮਿੰਗ ਹੈਗੀ ਸੀ, 2 ਟਾਈਮ ਟਾਈਮਿੰਗ ਸੀ, ਸਵੇਰੇ ਤੇ ਸ਼ਾਮ ਨੂੰ। ਤੇ ਫਿਰ ਵੀ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਜਾ ਕੇ ਲੈ ਲੈਂਦਾ ਹੈ ਇਹ ਚੀਜ਼। ਤੇ ਕੋਈ ਕਿਸੇ ਤਰ੍ਹਾਂ ਦੀ ਨੌਜਵਾਨਾਂ ਦੇ ਨਾਲ ਕੋਈ ਮਾਰ ਕੁਟਾਈ ਵੀ ਕੀਤੀ ਜਾਂਦੀ ਸੀ ਜਿਹੜੇ ਨਸ਼ਾ ਨਹੀਂ ਛੱਡਦੇ ਸੀ ਜਾਂ ਜਿਹੜੇ ਉਹਨਾਂ ਦੀ ਗੱਲ ਨਹੀਂ ਮੰਨਦੇ ਸੀ? ਮਾਰ ਕੁਟਾਈ ਦਾ ਇਦਾਂ ਕਿ ਵੇਖੋ, ਜਿੱਦਾਂ ਮਤਲਬ ਕਿ 2-3 ਬੰਦੇ ਸੀ ਉੱਥੇ ਤਮਾਕੂ ਲਾਉਂਦੇ ਫੜੇ ਗਏ ਸੀ, ਉਹਨਾਂ ਨੂੰ ਹਾਂ ਬੰਦ ਕਮਰੇ 'ਚ 4-5 ਜਣਿਆਂ ਨੂੰ ਕੁੱਟਿਆ ਸੀ ਸਿੰਘਾਂ ਨੇ। ਤੇ ਇਹ ਉਦਾਂ ਜਿਹੜਾ ਜੋ ਵੀ, ਕਿਉਂਕਿ ਜੋ ਅਸੀਂ ਵੀ ਦੇਖਿਆ ਉੱਥੇ ਟੈਂਟ ਲੱਗੇ ਹੋਏ ਸੀ, ਕੋਈ ਇਮਾਰਤ ਹਾਲੇ ਉੱਥੇ ਨਹੀਂ ਬਣੀ, 1-2 ਜ਼ਰੂਰ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੇ, ਤਾਂ ਜਿਹੜੇ ਨੌਜਵਾਨ ਉੱਥੇ ਆਉਂਦੇ ਸੀ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਉਹਨਾਂ ਦਾ ਕੀ ਸੀ, ਕਿੱਥੇ ਰੱਖਿਆ ਜਾਂਦਾ ਸੀ? ਉਹਨਾਂ ਦਾ ਰਹਿਣ ਦਾ ਪ੍ਰਬੰਧ ਤੇ ਜਿਹੜਾ ਟੈਂਟ ਦੇ ਨਾਲ ਚਬਾਰਾ ਉੱਤੇ ਉੱਥੇ ਕੀਤਾ ਸੀ, 10-15 ਜਾਣੇ ਉਹ ਕਮਰੇ ਦੇ ਵਿੱਚ ਹੈਗੇ ਸੀ। ਪਰ ਫਿਰ ਵੀ ਜਿੱਦਾਂ ਮਤਲਬ ਗਿਣਤੀ ਵੱਧ ਜਾਂਦੀ ਆ ਹਨਾ, ਤੇ ਉਹਨਾਂ ਨੂੰ ਲੰਗਰ ਹਾਲ ਦੇ ਵਿੱਚ ਸੌਂ ਦਿੱਤਾ ਜਾਂਦਾ। ਕਾਫੀ ਵੱਡਾ ਸੀ ਉਹ ਲੰਗਰ ਹਾਲ, ਤੇ 40-50 ਬੰਦੇ ਸੌਂ ਸਕਦੇ ਆਰਾਮ ਨਾਲ, ਤੇ ਉੱਥੇ ਗੱਦੇ ਲਾਏ ਸੀ। ਤੇ ਬਾਕੀ ਉਹ ਕਹਿੰਦੇ ਸੀ ਕਿ ਮਤਲਬ ਬਿਲਡਿੰਗ ਸਾਈਡ ਤੇ ਬਣ ਲੱਗੀ ਆ। ਤੇ ਰੁਟੀਨ ਕੀ ਹੁੰਦੀ ਸੀ ਜਿਹੜੇ ਨੌਜਵਾਨ ਉੱਥੇ ਜਾਂਦੇ ਸੀ? ਕੀ ਉਹਨਾਂ ਕੋਲੋਂ ਕੋਈ ਕੰਮ ਕਰਵਾਇਆ ਜਾਂਦਾ ਸੀ, ਸੇਵਾ ਕਰਾਈ ਜਾਂਦੀ ਸੀ? ਹਾਂਜੀ, ਜੇ ਤੇ ਕੋਈ ਕੰਮ ਆ, ਜਿੱਦਾਂ ਮੰਨ ਲਓ ਵੀ ਇਹਨਾਂ ਦੀ ਰਾਤ ਨੂੰ ਸਮਾਗਮ ਅੰਮ੍ਰਿਤਪਾਲ ਦਾ ਹਨਾ,
ਤੇ ਨੌਜਵਾਨਾਂ ਨੂੰ ਕਹਿ ਦੇਣਾ ਵੀ ਹਾਂ ਨਹਾ ਧੋ ਕੇ ਦਵਾਈ ਖਾ ਲਓ, ਮੱਥਾ ਟੇਕ ਆਓ ਮਹਾਰਾਜ ਦੀ ਹਜ਼ੂਰੀ 'ਚ। ਤੇ ਜਿੱਦਾਂ ਮੰਨ ਲਓ ਕਹਿਣਾ ਉਹਨਾਂ ਨੇ ਆ ਪਰਾਲੀ ਪਈ ਆ, ਪਰਾਲੀ ਵਿਛਾ ਦਿਓ, ਗੱਦੇ ਲਾ ਦਿਓ, ਉੱਥੇ ਸ਼ਾਮਾਂ ਨੂੰ ਸਮਾਗਮ ਆ ਅੰਮ੍ਰਿਤਪਾਲ ਦਾ, ਪਿੰਡ ਵਾਲਿਆਂ ਨੇ ਆਉਣਾ। ਐਦਾਂ ਦੀਆਂ ਚੀਜ਼ਾਂ ਦੇ ਨਾਲ ਮਤਲਬ ਕਹਿੰਦੇ ਰਹਿੰਦੇ ਹੁੰਦੇ ਸੀ ਵੀ ਜਾਂ ਲੰਗਰ ਹਾਲ 'ਚ ਸੇਵਾ ਕਰ ਲਓ, ਲੰਗਰ ਬਣਾਉਣ ਦੀ ਸੇਵਾ ਕਰ ਲਓ, ਵਰਤਾਉਣ ਦੀ ਕਰ ਲਓ, ਭਾਂਡੇ ਮਾਂਜਣ ਦੀ ਕਰ ਲਓ, ਇਹ ਚੀਜ਼ਾਂ। ਤੇ ਤੁਹਾਨੂੰ ਐਸੀ ਕਿਹੜੀ ਗੱਲ ਉਸ ਵੇਲੇ ਲੱਗੀ ਕਿ ਤੁਹਾਨੂੰ ਇੱਥੇ ਨਹੀਂ ਰਹਿਣਾ ਚਾਹੀਦਾ, ਕਿਉਂਕਿ ਗਏ ਤੇ ਤੁਸੀਂ ਨਸ਼ਾ ਛੱਡਣ ਦੇ ਲਈ, ਐਸੀਆਂ ਕਿਹੜੀਆਂ ਗਤੀਵਿਧੀਆਂ ਤੁਹਾਨੂੰ ਲੱਗੀਆਂ ਕਿ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਜਾਂ ਇੱਥੋਂ ਮੈਨੂੰ ਵਾਪਸ ਚਲੇ ਜਾਣਾ ਚਾਹੀਦਾ? ਉਹ ਇਸ ਚੀਜ਼ ਦਾ ਕਰਕੇ ਕਿ ਮਤਲਬ ਕਿ ਅਜੇ ਮੈਨੂੰ ਆਪਣੀ ਏਜ ਦੇ ਅਕੋਰਡਿੰਗ ਅੰਮ੍ਰਿਤ ਛਕਣਾ ਠੀਕ ਨਹੀਂ ਲੱਗਾ, ਕਿ ਜਿੰਨਾ ਚਿਰ ਮੇਰੇ ਅੰਦਰੋਂ ਆਵਾਜ਼ ਨਹੀਂ ਆਉਂਦੀ ਉਹਨਾਂ ਚਿਰ ਜਿੱਦਾਂ ਮੰਨ ਲਓ ਕੋਈ ਵੀ ਕਹੀ ਜਾਵੇ ਤੇ ਉਹ ਮੈਨੂੰ ਠੀਕ ਨਹੀਂ ਲੱਗਾ। ਤੇ ਇਸ ਚੀਜ਼ ਦਾ ਕਰਕੇ ਮੈਂ ਫੀਲ ਹੋਇਆ ਮੈਨੂੰ ਕਿ ਜਿੱਦਾਂ ਮਤਲਬ ਉਹ ਜੋ ਚੀਜ਼ ਮੋਟੀਵੇਟ ਕਰਦੇ ਸੀ ਨਾ ਉਹਦੇ 'ਚ ਮੈਂ ਇੰਟਰਸਟਿਡ ਨਹੀਂ। ਤੇ ਮੈਂ ਤਾਂ ਅੰਮ੍ਰਿਤ ਛਕਣਾ ਕੋਈ ਬੁਰੀ ਗੱਲ ਨਹੀਂ ਹੈ ਜੇਕਰ ਕੋਈ ਵੀ ਛਕਦਾ ਜਾਂ ਕੋਈ ਛਕਾਉਂਦਾ, ਪਰ ਕੀ ਉਸ ਦੇ ਨਾਲ ਹੋਰ ਵੀ ਸ਼ਰਤਾਂ ਜਾਂ ਕੋਈ ਹੋਰ ਅੱਗੇ ਜਿਹੜੇ ਐਸੀ ਕੋਈ ਸ਼ਰਤ ਰੱਖੀ ਜਾਂਦੀ ਸੀ ਕਿ ਤੁਸੀਂ ਅੰਮ੍ਰਿਤ ਛਕਣ ਤੋਂ ਬਾਅਦ ਆ ਕੰਮ ਕਰੋਗੇ ਤੇ ਫਿਰ ਤੁਹਾਨੂੰ ਅਸੀਂ ਆਪਣੇ ਜੱਥੇ ਦੇ ਵਿੱਚ ਰੱਖਾਂਗੇ? ਹਾਂਜੀ, ਇਹ ਕਹਿ ਸਕਦੇ ਆ ਆਪਾਂ, ਕਿਉਂਕਿ ਇਹ ਕਹਿੰਦੇ ਸੀ ਉਹ ਕਿ ਜੇ ਤੇ ਤੁਸੀਂ ਮਤਲਬ ਸਾਬਤ ਸੂਰਤ ਬੰਦੇ ਆ ਅੰਮ੍ਰਿਤ ਛਕ ਲੈਂਦੇ ਆ ਤੇ ਤੁਹਾਨੂੰ ਭਾਈ ਸਾਹਿਬ ਦੇ ਨਾਲ ਮਤਲਬ ਅੰਮ੍ਰਿਤਪਾਲ ਜੀ ਦੇ ਨਾਲ ਹਾਂ ਰਹਿ ਸਕਦੇ ਆ ਤੁਸੀਂ। ਯਾਨੀ ਕਿ ਜਿਹੜੇ ਨਾਲ ਹਥਿਆਰਬੰਦ ਨੌਜਵਾਨ ਚੱਲਦੇ ਸੀ ਉਹਨਾਂ ਦੀ ਟੀਮ ਦਾ ਹਿੱਸਾ ਬਣ ਸਕਦੇ? ਹਾਂਜੀ, ਕਿ ਤੁਸੀਂ ਵੀ ਉਹਨਾਂ ਦੇ ਨਾਲ ਰਹਿ ਸਕਦੇ ਆ, ਜਿੱਦਾਂ ਉਹਨਾਂ ਦੇ ਗਨਮੈਨ ਉਹਨਾਂ ਦੇ ਨਾਲ ਰਹਿੰਦੇ ਆ ਹਨਾ, ਬੋਡੀਗਾਰਡ ਰਹਿੰਦੇ, ਜੋ ਵੀ ਆ ਵੀ ਉਹਨਾਂ ਵਾਂਗੂ ਰਹਿ ਸਕਦੇ ਆ ਤੁਸੀਂ ਜੇ ਵਧੀਆ ਬਣੋ ਤੇ। ਆਖਰੀ ਸਵਾਲ, ਕੀ ਤੁਹਾਨੂੰ ਜਿੰਨੇ ਦੇਰ ਵੀ ਉੱਥੇ ਰਹੇ ਤੁਹਾਨੂੰ ਕਿਸੇ ਨੇ ਦੱਸਿਆ ਕਿ ਕੋਈ ਇੱਥੋਂ ਨੌਜਵਾਨ ਜਿਹੜੇ ਆ ਕੇ ਨਸ਼ਾ ਛੱਡ ਕੇ ਵਾਪਸ ਗਏ ਆ ਜਾਂ ਉਹਨਾਂ ਦੇ ਮਾਪਿਓ ਵਾਪਸ ਲੈ ਕੇ ਗਏ? ਕਈ ਨੌਜਵਾਨ ਇਦਾਂ ਦੇ ਵੀ ਕਿ ਮਤਲਬ ਹੁਣ ਕਈਆਂ ਦਾ ਮਨ ਨਹੀਂ ਸੀ, ਫੋਨ ਕਰ ਦਿੰਦੇ ਸੀ ਮੈਨੂੰ ਲੈ ਜਾਓ, ਘਰ ਦੇ ਲੈ ਜਾਂਦੇ ਸੀ। ਕਈ ਇਦਾਂ ਦੇ ਵੀ ਸੀ ਵੀ ਨਹੀਂ ਛੱਡ ਸਕਦੇ ਸੀ, ਮੇਰੇ ਕੋਲ ਖੁਦ ਨਹੀਂ ਛੁੱਟਿਆ, ਮੈਂ ਘਰ ਆ ਕੇ ਛੱਡਿਆ ਆਪ। ਘਰਦਿਆਂ ਮੇਰੇ ਨੇ ਦਵਾਈ ਖਵਾ ਲਈ ਮੈਨੂੰ ਜਲੰਧਰ ਤੋਂ, ਉੱਥੋਂ ਮੈਂ ਫਿਰ ਆਪਣਾ ਟ੍ਰੀਟਮੈਂਟ ਕਰਾਇਆ। ਉੱਥੇ ਜਾਣ ਤੋਂ ਪਹਿਲਾਂ ਤੁਹਾਡੇ ਜਾਂ ਤੁਹਾਡੇ ਪੇਰੈਂਟਸ ਦੇ ਦਿਮਾਗ 'ਚ ਵੀ ਇਹ ਹੋਏਗਾ ਕਿ ਸ਼ਾਇਦ ਉੱਥੇ ਬਹੁਤ ਕੋਈ ਵਧੀਆ ਪ੍ਰਬੰਧ ਹੈ ਜਿੱਥੇ ਜਾ ਕੇ ਨਸ਼ਾ ਛੱਡਿਆ ਜਾ ਸਕਦਾ? ਹਾਂਜੀ, ਹੋਪ ਤੇ ਇਹੀ ਸੀ ਕਿ ਮਤਲਬ ਕੋਈ ਪ੍ਰੋਫੈਸ਼ਨਲ ਡਾਕਟਰ ਹੋਊਗਾ, ਮਤਲਬ ਇਹ ਆ ਕਿ ਜਿੱਦਾਂ ਸੈਂਟਰਾਂ 'ਚ ਸਖਤਾਈ ਹੁੰਦੀ ਆ, ਸਖਤਾਈ ਨਹੀਂ ਹੋਊ, ਪਿਆਰ ਨਾਲ ਰੱਖਣਗੇ ਤੇ ਮਤਲਬ ਨਾਲੇ ਕੋਈ ਫ੍ਰੀ ਆਫ ਕਾਸਟ ਆ ਹਨਾ, ਸੇਵਾ ਹੀ ਆ। ਤੇ ਹੋਪ ਤੇ ਹੈਗੀ ਸੀ ਪਰ ਉੱਥੇ ਕੋਈ ਮੇਰੇ ਹਿਸਾਬ ਨਾਲ ਫੈਸਿਲਿਟੀ ਵਧੀਆ ਨਹੀਂ ਹੈ। ਇੱਕ ਜਦੋਂ ਕੋਈ ਨਸ਼ੇ ਦੇ ਦਲਦਲ 'ਚ ਫਸ ਜਾਂਦਾ ਤਾਂ ਉਹਦੀ ਇੱਕ ਕਾਉਂਸਲਿੰਗ ਬਹੁਤ ਜ਼ਰੂਰੀ ਹੁੰਦੀ ਹੈ। ਕੀ ਉੱਥੇ ਇਸ ਤਰੀਕੇ ਦੀ ਕੋਈ ਕਾਉਂਸਲਿੰਗ ਕੀਤੀ ਜਾਂਦੀ ਸੀ? ਨੌਜਵਾਨਾਂ ਨੂੰ ਕੁਝ ਸਮਝਾਇਆ ਜਾਂਦਾ ਸੀ? ਐਸੀ ਕੋਈ ਗਤੀਵਿਧੀ ਹੁੰਦੀ ਸੀ? ਕਾਉਂਸਲਿੰਗ ਹੁੰਦੀ ਸੀ, ਸਮਝਾਇਆ ਜਾਂਦਾ ਸੀ ਕਿ ਮਤਲਬ ਉਹੀ ਜੋ ਮਤਲਬ ਕਿ ਉਹ ਸਪੀਚ ਦਿੰਦੇ ਹਨਾ ਬਾਕੀ ਸਮਾਗਮਾਂ ਤੇ ਇੰਟਰਵਿਊਆਂ ਤੇ, ਉਹੀ ਚੀਜ਼ਾਂ ਦੱਸੀਆਂ ਜਾਂਦੀਆਂ ਸੀ। ਪਰ ਜਿਹੜਾ ਬੰਦਾ ਹੁਣ ਇੰਟਰਸਟਿਡ ਵਾ ਉਹ ਚੀਜ਼ 'ਚ, ਕਈ ਬੰਦੇ ਇਦਾਂ ਦੇ ਵੀ ਹੈਗੇ ਸੀ, ਪਤਾ ਨਹੀਂ ਕਿੰਨੇ ਮੁੰਡੇ ਜਿਨ੍ਹਾਂ ਨੇ ਅੰਮ੍ਰਿਤ ਛਕੇ ਤੇ ਉੱਥੇ ਹੀ। ਤੇ ਮੈਂ ਇਹੋ ਹੀ ਇੱਕ ਟਾਰਗੇਟ ਦਿੱਤਾ ਜਾਂਦਾ ਸੀ ਕਿ ਤੁਸੀਂ ਅੰਮ੍ਰਿਤ ਛਕੋ ਔਰ ਸਾਡੇ ਜੱਥੇ ਦੇ ਵਿੱਚ ਸ਼ਾਮਲ ਹੋ, ਫਿਰ ਤੁਹਾਨੂੰ ਅਸੀਂ ਆਪਣਾ ਜਿਹੜਾ ਗਰੁੱਪ ਹੈ ਉਹਦਾ ਹਿੱਸਾ ਬਣਾਵਾਂਗੇ। ਹਾਂਜੀ, ਕਿ ਤੁਸੀਂ ਮਤਲਬ ਨਾਲ ਆ ਸਕਦੇ ਆ ਆਪਣੇ ਗਰੁੱਪ 'ਚ। ਯਾਨੀ ਕਿ ਤੁਸੀਂ ਤੁਹਾਡਾ ਵੈਪਨ ਦੇ ਵਿੱਚ ਹਥਿਆਰਾਂ ਦੇ ਵਿੱਚ ਕੋਈ ਇੰਟਰਸਟ ਨਹੀਂ? ਨਹੀਂ, ਮੈਂ ਇਸ ਚੀਜ਼ ਨੂੰ ਮੇਰਾ ਇੰਟਰਸਟ ਨਹੀਂ ਸੀ ਵੀ ਮੈਂ ਮਤਲਬ ਖਾਲਿਸਤਾਨ ਦੀ ਮੰਗ ਕਰਾਂ, ਅੰਮ੍ਰਿਤ ਛਕਾਂ ਤੇ ਖਾਲਿਸਤਾਨ ਦੀ ਮੰਗ ਕਰਾਂ, ਇਦਾਂ ਦਾ ਮੇਰਾ ਕੋਈ ਮਤਲਬ ਉਹਨਾਂ ਦੀਆਂ ਸਪੀਚਾਂ ਜਾਂ ਜਿਹੜੇ ਅਸੀਂ ਕਹਿ ਸਕਦੇ ਕਿ ਗਰਮ ਖਿਆਲ ਸੀ ਉਹਦੇ ਨਾਲ ਤੁਸੀਂ ਸਹਿਮਤ ਨਹੀਂ ਸੀ? ਵੇਖੋ ਇੱਥੇ ਸਾਰੇ ਆਪਾਂ ਪੀਸਫੁਲ ਰਹਿੰਦੇ ਆ, ਆਪਾਂ ਨੂੰ ਕੋਈ ਤੰਗ ਨਹੀਂ ਕਰਦਾ ਨਜਾਇਜ਼ ਹਨਾ। ਜਦੋਂ ਕੋਈ ਆਪਾਂ ਨੂੰ ਨਜਾਇਜ਼ ਤੰਗ ਕਰੂਗਾ, ਆਪਣਾ ਕੋਈ ਹੱਕ ਮਾਰੂਗਾ, ਆਪਾਂ ਕਹਿ ਸਕਦੇ ਸਾਡੇ ਨਾਲ ਧੱਕਾ ਹੋਣ ਡਿਆ ਪੰਜਾਬ 'ਚ। ਜਦੋਂ ਇਦਾਂ ਦੀ ਕੋਈ ਗੱਲ ਹੀ ਨਹੀਂ ਆ ਤੇ ਮੈਂ ਕਿਉਂ ਐਵੇਂ ਕਹਾਂ ਵੀ ਹਥਿਆਰ ਚੁੱਕ ਲਓ ਤੇ ਖਾਲਿਸਤਾਨ ਚਾਹੀਦਾ ਹਨ। ਯਾਨੀ ਤੁਹਾਡਾ ਔਰ ਤੁਹਾਡੇ ਪਰਿਵਾਰ ਦਾ ਇੱਕੋ ਇੱਕ ਮਕਸਦ ਸੀ ਕਿ ਨਸ਼ੇ ਤੋਂ ਦੂਰ ਹੋਵੇ, ਨਾ ਕਿ ਹੋਰ ਕਿਸੇ ਮਿਸ਼ਨ ਦੇ ਵਿੱਚ ਜਾਂ ਕਿਸੇ ਉਹਦੇ 'ਚ ਜੁੜਨਾ? ਹਾਂਜੀ, ਮੈਂ ਇਦਾਂ ਦੀ ਕੋਈ ਮਤਲਬ ਚੀਜ਼ ਨੂੰ ਮਤਲਬ ਇੰਟਰਸਟ ਨਹੀਂ ਰੱਖਿਆ ਤੇ ਮੈਨੂੰ ਚੰਗਾ ਨਹੀਂ ਲੱਗਾ। ਤੇ ਮੇਰਾ ਮਕਸਦ ਸਿਰਫ ਇੱਕੋ ਹੀ ਉੱਥੇ ਕਿ ਮੈਂ ਨਸ਼ਾ ਛੱਡਣ ਜਾਣਾ ਵਾ। ਜਦੋਂ ਮੈਂ ਵੇਖਿਆ ਉੱਥੇ ਕਿ ਮਤਲਬ ਇਹ ਚੀਜ਼ ਉਹ ਕਹਿੰਦੇ ਆ ਕਿ ਅੰਮ੍ਰਿਤ ਛਕੋ ਤੇ ਜੋ ਵੀ ਆ ਸਪੀਚਾਂ ਦਿੰਦੇ ਸੀ ਹਨਾ, ਜੋ ਵੀ ਉਹਨਾਂ ਦਾ ਮੋਟੀਵੇਟ ਆ, ਉਹ ਚੀਜ਼ ਮੈਨੂੰ ਠੀਕ ਨਹੀਂ ਲੱਗੀ। ਉਹਦਾ ਕਰਕੇ ਮੈਂ ਵਾਪਸੀ ਕਰ ਲਈ ਕਿ ਮਤਲਬ ਮੈਂ ਸਿਰਫ ਇੱਥੇ ਨਸ਼ਾ ਛੱਡਣ ਹੀ ਆਇਆ ਸੀ, ਮੈਨੂੰ ਹੋਰ ਕਿਸ ਚੀਜ਼ ਨਾਲ ਕੋਈ ਤੁਸੀਂ ਕਿੰਨਾ ਪੜ੍ਹੇ ਹੋ? ਕਿਹੜੇ ਸਕੂਲ ਤੋਂ ਪੜ੍ਹੇ ਹੋ? ਮੈਂ +2 ਪੜ੍ਹਿਆ ਆਪਣੇ ਏਰੀਏ ਤੋਂ ਹੀ। ਕਨਵੈਂਟ ਸਕੂਲ ਤੋਂ? ਹਾਂਜੀ। ਤੇ ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਤੁਸੀਂ ਕੰਮ ਕੀ ਕਰਦੇ ਸੀ ਔਰ ਨਸ਼ੇ 'ਚ ਕਿੱਦਾਂ ਪਏ? ਨਸ਼ੇ 'ਚ ਬਸ ਇਦਾਂ ਮਤਲਬ ਮੈਂ ਮੈਡੀਸਿਨ ਖਾਂਦਾ ਸੀ ਐਜ਼ ਅ ਪੇਨ ਕਿਲਰ ਦੇ ਤੌਰ ਤੇ ਹਨਾ, ਤੇ ਉਹ ਫਿਰ ਹੌਲੀ ਹੌਲੀ ਮੈਂ ਐਡਿਕਟਡ ਬਣ ਗਿਆ। ਮੈਨੂੰ ਪਤਾ ਨਹੀਂ ਵੀ ਪੇਨ ਕਿਲਰ ਹਨਾ
ਕਈ ਮਤਲਬ ਮੈਡੀਸਿਨ ਇਦਾਂ ਦੀਆਂ ਵੀ ਹੈਗੀਆਂ ਹੁਣ ਗਵਰਨਮੈਂਟ ਨੇ ਬੈਨ ਕਰਤੀਆਂ ਪੇਨ ਕਿਲਰ ਜਿਹੜੀਆਂ ਮਤਲਬ ਐਡਿਕਟਡ ਆ। ਕਿ ਉੱਥੇ ਵੀ ਇਹੋ ਦਵਾਈਆਂ ਦਿੱਤੀਆਂ ਜਾਂਦੀਆਂ ਸੀ ਕਿਉਂਕਿ ਇੱਕ ਨੌਜਵਾਨ ਸਾਡੇ ਰਾਹੀਂ ਉਹਨੇ ਗੱਲਬਾਤ ਕਰਕੇ ਦੱਸਿਆ ਕਿ ਉਹ ਇੱਕ ਮੈਡੀਕਲ ਸਟੋਰ ਚਲਾਉਂਦਾ ਸੀ ਔਰ ਉਹਨੂੰ ਡਿਊਟੀ ਦਿੱਤੀ ਸੀ ਕਿ ਜਿੰਨੇ ਵੀ ਨੌਜਵਾਨ ਨਸ਼ਾ ਛੱਡਣ ਦੇ ਲਈ ਇੱਥੇ ਆਏ ਨੇ ਉਹ ਦਵਾਈ ਦਿਆ ਕਰੇ ਔਰ ਉਹ ਦਵਾਈਆਂ ਦਿੰਦਾ ਵੀ ਸੀ, ਉਹਨੂੰ ਪੈਸੇ ਵੀ ਮਿਲਦੇ ਸੀ ਉਹਦੇ ਪਰ। ਮਤਲਬ ਮੈਡੀਕਲ ਸਟੋਰ ਵਾਲਾ ਕੋਈ ਜਾਂ ਡਾਕਟਰ? ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਕੋਈ ਪ੍ਰੋਫੈਸ਼ਨਲ ਡਾਕਟਰ ਨਹੀਂ ਹੈ, ਇੱਕ ਡੀ ਫਾਰਮੇਸੀ ਉਹਨੇ ਕੀਤੀ ਸੀ ਔਰ ਉਹਨੂੰ ਡਿਊਟੀ ਦਿੱਤੀ ਸੀ ਕਿ ਤੂੰ ਦਵਾਈਆਂ ਦੇਣੀਆਂ ਇਹਨਾਂ ਨੂੰ, ਕਿਉਂਕਿ ਉਹ ਕਹਿੰਦਾ ਮੈਂ ਤਾਂ ਸਿਰਫ ਢਿੱਡ ਪੀੜ, ਲੱਤ ਪੀੜ, ਹੋਰ ਬੁਖਾਰ ਦੀ ਦਵਾਈ ਦੇ ਸਕਦਾ, ਡੀ ਐਡਿਕਸ਼ਨ ਵਾਲੀ ਦਵਾਈ ਐਸਾ ਡਾਕਟਰ ਨਹੀਂ ਦੇ ਸਕਦਾ। ਨਹੀਂ, ਫਿਲਹਾਲ ਜਿੰਨਾ ਚਿਰ ਤੇ ਮੈਂ ਉੱਥੇ ਰਿਹਾ ਮੈਂ ਇਦਾਂ ਦਾ ਬੰਦਾ ਕੋਈ ਡਾਕਟਰ ਨਹੀਂ ਵੇਖਿਆ, ਨਾ ਕੋਈ ਡੀ ਫਾਰਮੇਸੀ ਵਾਲਾ। ਮੈਂ ਤੇ ਮਤਲਬ ਬਾਬਾ ਬਸੰਤ ਸਿੰਘ ਜੀ ਜਿਹੜੇ ਉਹਨਾਂ ਕੋਈ ਦਵਾਈ ਲੈਂਦਾ ਰਿਹਾ, ਉਹੀ ਵੇਖੇ ਵੀ ਮਤਲਬ ਜਿੰਨੇ ਦਿਨ ਮੈਂ ਰਿਹਾ ਉਹੀ ਮਤਲਬ ਹੈਡ ਹੀ ਇੰਚਾਰਜ ਮੁੰਡਿਆਂ ਦੇ। ਸੋ ਉਸ ਨੌਜਵਾਨ ਦੀ ਅਸੀਂ ਤੁਹਾਨੂੰ ਗੱਲਬਾਤ ਸੁਣਾਈ ਜਿਸ ਦੇ ਵੱਲੋਂ ਅੰਮ੍ਰਿਤਪਾਲ ਦੇ ਦਾਅਵੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ ਨੇ। ਨਸ਼ਾ ਮੁਕਤੀ ਕੇਂਦਰ ਦੀ ਜਿਹੜੀ ਗੱਲ ਕੀਤੀ ਜਾਂਦੀ ਉਸ ਨੂੰ ਲੈ ਕੇ ਉਸ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ। ਸਿੱਧਾ ਰੁਖ ਕਰਦੇ ਹਾਂ, ਸਾਡੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਜੁੜ ਚੁੱਕੇ ਨੇ। ਰਾਜੀਵ, ਜਿੱਥੇ ਕਿ ਅੰਮ੍ਰਿਤਪਾਲ ਦੇ ਵੱਲੋਂ ਵਾਰ-ਵਾਰ ਦਾਅਵਾ ਕੀਤਾ ਜਾਂਦਾ ਸੀਗਾ, ਜ਼ਿਕਰ ਕੀਤਾ ਜਾਂਦਾ ਸੀਗਾ ਨਸ਼ਾ ਮੁਕਤੀ ਕੇਂਦਰ ਦਾ, ਪਰ ਇੱਕ ਇੱਕ ਕਰਕੇ ਉਸ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਨੇ। ਉਹ ਨੌਜਵਾਨ ਖੁਦ ਸਾਹਮਣੇ ਆ, ਹਾਲਾਂਕਿ ਇਸੇ ਆਸ ਤੇ ਉਮੀਦ ਦੇ ਨਾਲ ਉੱਥੇ ਪਹੁੰਚਿਆ ਸੀਗਾ, ਪਰ ਜਦੋਂ ਆਸ ਉਮੀਦ ਧੁੰਦਲੀ ਨਜ਼ਰ ਆਈ ਤਾਂ ਉਸਨੇ ਉਸ ਨਸ਼ਾ ਮੁਕਤੀ ਕੇਂਦਰ ਤੋਂ ਵਾਪਸੀ ਵੀ ਕਰ ਲਈ। ਸਮਝਣਾ ਚਾਹਾਂਗੇ ਕਿ ਹੋਰ ਕਿਹੜੇ-ਕਿਹੜੇ ਵੱਡੇ ਖੁਲਾਸੇ ਉਸ ਨੌਜਵਾਨ ਦੇ ਵੱਲੋਂ ਕੀਤੇ ਗਏ ਨੇ ਤੇ ਹੁਣ ਤੱਕ ਦੇ ਵੱਡੇ ਖੁਲਾਸਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਹੜੇ-ਕਿਹੜੇ ਵੱਡੇ ਖੁਲਾਸੇ ਨੇ? ਦੇਖੋ ਪਰਵਿੰਦਰ, ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਹੁਣ ਤੱਕ ਖੁਲਾਸੇ ਜਾਂ ਜਾਂਚ ਦੇ ਵਿੱਚ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਜਦੋਂ ਤੋਂ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ, ਕਿਉਂਕਿ ਅੱਜ ਪਹਿਲੀ ਵਾਰ ਜੋ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਨੇ ਸਤਿੰਦਰ ਸਿੰਘ ਉਹ ਨਿਊਜ਼ 18 ਤੇ ਸਾਡੇ ਨਾਲ ਜੁੜੇ ਤਾਂ ਉਹਨਾਂ ਨੇ ਇੱਕ ਵੱਡਾ ਇਸ ਗੱਲ ਨੂੰ ਲੈ ਕੇ ਖੁਲਾਸਾ ਕੀਤਾ ਕਿ ਜਦੋਂ ਤੋਂ ਵੀ ਅੰਮ੍ਰਿਤਪਾਲ ਸਿੰਘ ਨੇ ਵਾਰਿਸ ਪੰਜਾਬ ਦੇ ਜਿਹੜੀ ਜਥੇਬੰਦੀ ਉਹ ਬਣਾਈ ਸੀ ਤਾਂ ਉਦੋਂ ਤੋਂ ਲੈ ਕੇ ਜਿੰਨੀਆਂ ਵੀ 5-6 ਮਹੀਨੇ ਜਿਹੜੀਆਂ ਗਤੀਵਿਧੀਆਂ ਚੱਲੀਆਂ, ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਪਿੰਡ ਦੇ ਵਿੱਚ ਹੀ ਵਿਆਹ ਹੁੰਦਾ ਹੈ ਤਾਂ ਉਦੋਂ ਤੱਕ ਸਭ ਕੁਝ ਠੀਕ ਸੀ। ਪਰ ਜਦੋਂ ਵਰਿੰਦਰ ਸਿੰਘ ਨਾਮ ਦਾ ਜਿਹੜਾ ਨੌਜਵਾਨ ਹੈ ਉਸ ਵੱਲੋਂ ਇੱਕ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਜਨਾਲਾ ਥਾਣੇ ਦੇ ਵਿੱਚ, ਬਾਅਦ ਦੇ ਵਿੱਚ ਅੰਮ੍ਰਿਤਪਾਲ ਸਿੰਘ ਮੀਡੀਆ ਦੇ ਵਿੱਚ ਖੁੱਲ ਕੇ ਪੁਲਿਸ ਨੂੰ, ਡੀਜੀਪੀ ਨੂੰ, ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ। ਹਾਲਾਂਕਿ ਉਸ ਵੇਲੇ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹਾਲਾਂਕਿ ਐਫਆਈਆਰ ਦੇ ਵਿੱਚ ਨਾਮਜ਼ਦ ਸੀ ਅੰਮ੍ਰਿਤਪਾਲ ਸਿੰਘ ਅਤੇ ਹੋਰ ਉਸਦੇ ਜਿਹੜੇ ਸਾਥੀ, ਪਰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਪੂਰਾ ਮਾਮਲਾ ਜਿਹੜਾ ਉਹ ਸ਼ੁਰੂਆਤ ਉਸਦੀ ਕਿੱਥੋਂ ਹੁੰਦੀ ਹੈ ਉਹ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਕਿ ਜਦੋਂ 23 ਫਰਵਰੀ ਨੂੰ ਲਵਪ੍ਰੀਤ ਸਿੰਘ ਤੂਫਾਨ ਨੂੰ ਰਿਹਾ ਕਰਵਾਉਣ ਦੇ ਲਈ ਇੱਕ ਵੱਡਾ ਕਾਫਲਾ ਜੱਲੂਪੁਰ ਖੈੜਾ ਤੋਂ ਰਵਾਨਾ ਹੁੰਦਾ ਤਾਂ ਉੱਥੇ ਉਦੋਂ ਤੱਕ ਵੀ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਪੁਲਿਸ ਚਾਹੁੰਦੀ ਤਾਂ ਉਹਨਾਂ ਨੂੰ ਪਿੰਡ ਦੇ ਵਿੱਚ ਵੀ ਰੋਕਿਆ ਜਾ ਸਕਦਾ ਸੀ, ਉੱਥੇ ਗ੍ਰਿਫਤਾਰੀਆਂ ਵੀ ਪਾਈਆਂ ਜਾ ਸਕਦੀਆਂ ਸੀ, ਪਰ ਉਦੋਂ ਤੱਕ ਪੁਲਿਸ ਦੀ ਇਹੀ ਕੋਸ਼ਿਸ਼ ਸੀ ਕਿ ਮਾਹੌਲ ਨੂੰ ਸ਼ਾਂਤ ਰੱਖਿਆ ਜਾਵੇ। ਪਰ ਜਿੱਦਾਂ ਹੀ ਪਾਲਕੀ ਸਾਹਿਬ ਨੂੰ ਲੈ ਕੇ ਪੂਰਾ ਇੱਕ ਕਾਫਲਾ ਜਿਹੜਾ ਉਹ ਅਜਨਾਲਾ ਥਾਣੇ ਦੇ ਉੱਤੇ ਧਾਵਾ ਬੋਲਦਾ ਹੈ, ਉਦੋਂ ਵੀ ਪੁਲਿਸ ਦਾ ਅੱਜ ਐਸਐਸਪੀ ਨੇ ਖੁੱਲ ਕੇ ਇਹ ਗੱਲ ਦੱਸੀ ਕਿ ਉਸ ਵੇਲੇ ਉਹਨਾਂ ਦੀ ਇੱਕ ਬਹੁਤ ਵੱਡੀ ਮਜਬੂਰੀ ਵੀ ਸੀ ਔਰ ਮੁੱਖ ਮੰਤਰੀ ਤੇ ਡੀਜੀਪੀ ਦੀਆਂ ਖਾਸ ਹਦਾਇਤਾਂ ਵੀ ਸੀ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਥੇ ਮੌਜੂਦ ਹੈ ਤਾਂ ਤੁਸੀਂ ਕਿਸੇ ਵੀ ਸ਼ਰਤ ਤੇ ਕੋਈ ਐਸੀ ਕਾਰਵਾਈ ਨਹੀਂ ਕਰਨੀ ਜਿਸ ਕਰਕੇ ਕੱਲ ਨੂੰ ਕੋਈ ਸਵਾਲ ਖੜਾ ਹੋਵੇ। ਹਾਲਾਂਕਿ ਬਾਅਦ ਦੇ ਵਿੱਚ ਪੁਲਿਸ ਦੀ ਕਿਰਕਰੀ ਵੀ ਹੋਈ, ਪੁਲਿਸ ਨੂੰ ਬਹੁਤ ਕੁਝ ਸੁਣਨਾ ਪਿਆ। ਸੋਸ਼ਲ ਮੀਡੀਆ ਤੇ ਵੀ ਪੁਲਿਸ ਦੇ ਖਿਲਾਫ ਇੱਕ ਪ੍ਰਚਾਰ ਚੱਲਿਆ ਕਿ ਪੁਲਿਸ ਦੇ ਕੋਲ ਦਮ ਨਹੀਂ ਹੈ, ਪੁਲਿਸ ਦੇ ਕੋਲ ਜੋ ਹੈ ਪਹਿਲਾਂ ਝੂਠੀ ਐਫਆਈਆਰ ਦਰਜ ਕਰ ਲਈ ਜਾਂਦੀ ਹੈ, ਬਾਅਦ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਉੱਥੇ ਲੋਕ ਇਕੱਠੇ ਹੁੰਦੇ ਨੇ ਤਾਂ ਬਾਅਦ ਦੇ ਵਿੱਚ ਪੁਲਿਸ ਨੂੰ ਗੋਡੇ ਟੇਕਣੇ ਪਏ। ਪਰ ਅੱਜ ਐਸਐਸਪੀ ਨੇ ਇਹ ਖੁਲਾਸਾ ਕੀਤਾ ਕਿ ਆਖਿਰਕਾਰ ਉਸ ਵੇਲੇ, ਕਿਉਂਕਿ ਜੇਕਰ ਐਸਐਸਪੀ ਦਾ ਕਹਿਣਾ ਸੀ ਕਿ ਜੇਕਰ ਅਸੀਂ ਉਸ ਵੇਲੇ ਰਿਐਕਟ ਕਰਦੇ ਤਾਂ ਉਹਦਾ ਬਹੁਤ ਗਲਤ ਇੱਕ ਸੁਨੇਹਾ ਵੀ ਜਾਣਾ ਸੀ ਔਰ ਸਮਾਜ ਦੇ ਵਿੱਚ ਜੋ ਹੈ ਬਹੁਤ ਵੱਡਾ ਇੱਕ ਨੁਕਸਾਨ ਵੀ ਹੋਣ ਦਾ ਖਦਸ਼ਾ ਸੀ, ਕਿਉਂਕਿ ਜੇਕਰ ਉੱਥੇ ਗੋਲੀ ਚੱਲਦੀ ਜਾਂ ਫਿਰ ਕਿਸੇ ਉੱਥੇ ਟੀਅਰ ਗੈਸ ਛੱਡੀ ਜਾਂਦੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਅੰਮ੍ਰਿਤਪਾਲ ਦੇ ਸਾਥੀਆਂ ਦੇ ਨਾਲ ਨਾਲ ਜਿਹੜੇ ਆਮ ਲੋਕ, ਕਿਉਂਕਿ ਭੀੜ ਭਾੜ ਵਾਲਾ ਇਲਾਕਾ ਸੀ ਤਾਂ ਹੋਰ ਵੀ ਕਿਸੇ ਦਾ ਨੁਕਸਾਨ ਹੋ ਸਕਦਾ ਸੀ। ਇਸ ਕਰਕੇ ਉਸ ਵੇਲੇ ਜ਼ਰੂਰ ਪੁਲਿਸ ਨੇ ਸਭ ਕੁਝ ਸੁਣਿਆ, ਸਾਰੇ ਪਾਸਿਓਂ ਪੁਲਿਸ ਦੀ ਘੇਰਾਬੰਦੀ ਵੀ ਕੀਤੀ ਗਈ, ਵੱਖ-ਵੱਖ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਸਿਆਸਤਦਾਨਾਂ ਵੱਲੋਂ ਵੀ ਕੀਤੀਆਂ ਗਈਆਂ, ਪਰ ਉਸ ਵੇਲੇ ਹੀ ਪੁਲਿਸ ਨੇ ਇਹ ਮਨ ਬਣਾ ਲਿਆ ਸੀ ਕਿ ਹੁਣ ਇਸ ਤਰੀਕੇ ਦਾ ਜਿਹੜਾ ਮਾਹੌਲ ਹੈ ਦੁਬਾਰਾ ਕਦੇ ਵੀ ਕ੍ਰੀਏਟ ਨਾ ਹੋਵੇ। ਤਾਂ ਉਸ ਵੇਲੇ ਪੁਲਿਸ ਨੇ ਲਵਪ੍ਰੀਤ ਤੂਫਾਨ ਨੂੰ ਛੱਡਣ ਦੀ ਗੱਲ ਵੀ ਮੰਨੀ। ਹਾਲਾਂਕਿ ਉਸ ਵੇਲੇ ਇਹ ਵੀ ਸ਼ਰਤ ਰੱਖੀ ਗਈ ਸੀ ਕਿ ਐਫਆਈਆਰ ਵੀ ਰੱਦ ਕੀਤੀ ਜਾਵੇ, ਪਰ
ਉਸ ਵੇਲੇ ਹੀ ਪੁਲਿਸ ਨੇ ਇਨਵੈਸਟੀਗੇਸ਼ਨ ਜਿਹੜੀ ਆਪਣੀ ਸ਼ੁਰੂ ਕਰ ਦਿੱਤੀ ਸੀ। ਜਿੰਨੇ ਵੀ ਉੱਥੇ ਸੀਸੀਟੀਵੀ ਕੈਮਰੇ ਸੀ ਉਸ ਦੀ ਫੁਟੇਜ ਜਾਂ ਫਿਰ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਜਿਹੜੀਆਂ ਵੀ ਵੀਡੀਓ ਸਾਹਮਣੇ ਆਈਆਂ ਤਾਂ ਤੁਰੰਤ ਉਹਨਾਂ ਨੂੰ ਪੁਲਿਸ ਦੇ ਕਬਜ਼ੇ ਦੇ ਵਿੱਚ ਲਿਆ। ਜਿੰਨੀਆਂ ਤਸਵੀਰਾਂ ਅਖਬਾਰਾਂ ਦੇ ਵਿੱਚ ਛਪੀਆਂ ਸੀ ਤਾਂ ਉਸ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਗਈ ਔਰ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਜ ਐਸਐਸਪੀ ਨੇ ਇਹ ਵੀ ਖੁੱਲ੍ਹ ਕੇ ਦੱਸਿਆ ਕਿ ਜਿਨ੍ਹਾਂ ਲੋਕਾਂ ਤੇ ਐਨਐਸਏ ਲੱਗੀ ਆ ਉਹਨਾਂ ਤੋਂ ਇਲਾਵਾ ਵੀ ਪੂਰੇ ਪੰਜਾਬ ਭਰ ਤੋਂ ਗ੍ਰਿਫਤਾਰੀਆਂ ਹੋਈਆਂ ਸੀ, ਕਿਉਂਕਿ ਉੱਥੇ ਸਿਰਫ ਇੱਕ ਜ਼ਿਲ੍ਹੇ ਜਾਂ ਇੱਕ ਇਲਾਕੇ ਦੇ ਨਹੀਂ ਬਲਕਿ ਪੂਰੇ ਪੰਜਾਬ ਭਰ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਨੌਜਵਾਨ ਉੱਥੇ ਪਹੁੰਚੇ ਸੀ। ਔਰ ਉੱਥੇ ਪਹੁੰਚਣ ਦਾ ਕਾਰਨ ਵੀ ਐਸਐਸਪੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀਆਂ ਜਿਹੜੀਆਂ ਗਰਮ ਖਿਆਲੀ ਸਪੀਚਾਂ ਸੀ, ਭੜਕਾਊ ਜਿਹੜੀਆਂ ਸਪੀਚਾਂ ਸੀ ਤਾਂ ਉਹ ਕਿਤੇ ਨਾ ਕਿਤੇ ਨੌਜਵਾਨ ਉਸ ਨੂੰ ਲੈ ਕੇ ਪ੍ਰਭਾਵਿਤ ਹੋਏ ਸਨ ਔਰ ਇਸੇ ਕਰਕੇ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਬਹੁਤ ਵੱਡਾ ਕੋਈ ਧੱਕਾ ਹੋ ਰਿਹਾ ਹੈ ਤਾਂ ਇਸ ਕਰਕੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਉੱਥੇ ਪਹੁੰਚੇ। ਹਾਲਾਂਕਿ ਬਾਅਦ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ। ਤਾਂ ਇੱਥੇ ਇੱਕ ਜਿਹੜੀ ਅਸੀਂ ਅਹਿਮ ਜਿਹੜੀ ਨੌਜਵਾਨਾਂ ਦੇ ਸਮਝਣ ਵਾਲੀ ਗੱਲ ਹੈ ਤਾਂ ਐਸਐਸਪੀ ਨੇ ਦੱਸਿਆ ਕਿ ਬਹੁਤ ਵੱਡੀ ਤਾਦਾਦ ਜਿਹੜੀ ਉੱਥੇ ਨੌਜਵਾਨਾਂ ਸੀ ਕੁਝ ਹੱਦ ਤੱਕ ਜਿਹੜੇ ਬਜ਼ੁਰਗ ਨੇ ਉਹ ਵੀ ਪਹੁੰਚੇ ਸੀ, ਪਰ ਸਿੱਧੇ ਤੌਰ ਤੇ ਜਿਨ੍ਹਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ, ਜਿਨ੍ਹਾਂ ਦੇ ਤਲਵਾਰਾਂ ਬਰਸ਼ਿਆਂ ਦੇ ਨਾਲ ਹਮਲਾ ਕੀਤਾ, ਉਹਨਾਂ ਨੂੰ ਤਾਂ ਪੁਲਿਸ ਨੇ ਨਾਮਜ਼ਦ ਕਰਕੇ ਗ੍ਰਿਫਤਾਰ ਵੀ ਕੀਤਾ, ਉਹਨਾਂ ਦੇ ਖਿਲਾਫ ਕਾਰਵਾਈ ਵੀ ਹੋਈ। ਪਰ ਹੁਣ ਜਾਂਚ ਜਿਹੜੀ ਹੈ ਉਹਦੇ ਵਿੱਚ ਹੋਰ ਵੱਡੇ ਖੁਲਾਸੇ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਦੀ ਉਮੀਦ ਹੈ ਜੀ।